Hello everyone, welcome to Victor's Knowledge. This is Chinu Sharma, and today we are going to start a very important series for modern India history. ਤੇ ਅੱਜ ਇਸ ਸੀਰੀਜ਼ ਦੇ ਅੰਦਰ ਆਪਾਂ ਫਰਸਟ ਲੈਕਚਰ ਕਵਰ ਕਰਾਂਗੇ। ਮੈਂ ਤੁਹਾਨੂੰ ਹਰ ਟੌਪਿਕ ਦੇ ਥਿਊਰੀ ਪਲੱਸ MCQ ਸਾਈਡ ਬਾਈ ਸਾਈਡ ਕਰਵਾਉਂਗੀ। ਸੋ ਅੱਜ ਦਾ ਆਪਣਾ ਪਹਿਲਾ ਲੈਕਚਰ ਹੈ ਐਡਵੈਂਟ ਆਫ ਯੂਰੋਪੀਅਨਸ ਇਨ ਇੰਡੀਆ। ਸੋ ਜਦੋਂ ਵੀ ਆਪਾਂ ਮਾਡਰਨ ਇੰਡੀਆ ਹਿਸਟਰੀ ਦੀ ਗੱਲ ਕਰਦੇ ਹਾਂ ਤਾਂ ਉਹਦੀ ਸਟਾਰਟਿੰਗ ਹੁੰਦੀ ਹੈ ਯੂਰੋਪੀਅਨਸ ਦੇ ਇੰਡੀਆ ਦੇ ਵਿੱਚ ਆਉਣ ਤੋਂ। ਸੋ ਪਹਿਲਾਂ ਆਪਾਂ ਬੈਕਗ੍ਰਾਉਂਡ ਦੇਖ ਲੈਂਦੇ ਹਾਂ। ਜਿਹੜਾ ਇੰਡੀਆ ਤੇ ਯੂਰਪ ਦਾ ਟ੍ਰੇਡ ਦਾ ਰਿਸ਼ਤਾ ਸੀ, ਕਮਰਸ਼ੀਅਲ ਕੰਟਰੈਕਟ ਦਾ ਰਿਸ਼ਤਾ ਸੀ, ਉਹ ਬਹੁਤ ਪਹਿਲਾਂ ਤੋਂ ਚੱਲਦਾ ਆ ਰਿਹਾ ਸੀ, ਬਹੁਤ ਏਂਸ਼ੀਅੰਟ ਇੰਡੀਆ ਦੇ ਸਮੇਂ ਤੋਂ। ਪਰ ਹੁਣ ਕੀ ਸੀਗਾ, ਜਿਹੜੇ ਰਸਤੇ ਸੀ ਉਹਨਾਂ ਦੇ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਸੀ। ਸੋ ਸ਼ਾਰਟੈਸਟ ਰੂਟ ਲੱਭਣ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਡਿਸਕਵਰਰਸ ਪ੍ਰਯਾਸ ਕਰਨ ਲੱਗ ਗਏ। ਸੋ ਜਿਹੜੇ ਕਮਰਸ਼ੀਅਲ ਕੰਟੈਕਟ ਸੀ ਇੰਡੀਆ ਤੇ ਯੂਰਪ ਦੇ, ਉਹ ਪਹਿਲਾਂ ਜਿਹੜੇ ਲੈਂਡ ਰੂਟ ਸੀ ਉਹਨਾਂ ਦੇ ਥਰੂ ਹੁੰਦੇ ਸੀ ਤੇ ਉਹ ਸੀ ਆਕਸਸ ਵੈਲੀ, ਸੀਰੀਆ ਜਾਂ ਫਿਰ ਇਜਿਪਟ ਦੇ ਥਰੂ। ਪਰ ਹੁਣ ਇੱਕ ਨਵਾਂ ਸੀ ਰੂਟ ਲੱਭ ਲਿਆ ਗਿਆ ਸੀ ਵਾਇਆ ਕੇਪ ਆਫ ਗੁੱਡ ਹੋਪ, ਵੈਰੀ ਇੰਪੋਰਟੈਂਟ ਨੇਮ। ਸੋ ਜਿਹੜਾ ਇਹ ਨਵਾਂ ਰਸਤਾ ਲੱਭਿਆ ਗਿਆ ਇੰਡੀਆ ਤੱਕ ਆਉਣ ਦਾ, ਸੀ ਦੇ ਥਰੂ ਇਹ ਰਸਤਾ ਸੀ, ਇਹਨੂੰ ਡਿਸਕਵਰ ਕੀਤਾ 1498 ਵਿੱਚ ਵੈਸਕੋ ਡੇ ਗਾਮਾ ਨੇ। ਸੋ ਵੈਰੀ ਇੰਪੋਰਟੈਂਟ ਨੇਮ, ਈਅਰ ਐਂਡ ਨੇਮ ਆਫ ਦਿਸ ਸੀ ਰੂਟ। ਸੋ ਉਸ ਤੋਂ ਬਾਅਦ ਕੀ ਸੀ, ਬਹੁਤ ਸਾਰੀਆਂ ਯੂਰੋਪੀਅਨ ਟ੍ਰੇਡਿੰਗ ਕੰਪਨੀ ਸੀ ਜਿਹੜੀਆਂ ਇੰਡੀਆ ਦੇ ਵਿੱਚ ਆਉਣ ਲੱਗ ਗਈਆਂ। ਉਰੇ ਆ ਕੇ ਆਪਣੇ ਉਹਨਾਂ ਨੇ ਟ੍ਰੇਡਿੰਗ ਸੈਂਟਰ ਸਟਾਰਟ ਕੀਤੇ। ਸੋ ਜਿਵੇਂ ਜਿਵੇਂ ਨਵੇਂ ਸੀ ਰੂਟ ਡਿਸਕਵਰ ਹੁੰਦੇ ਗਏ, ਇੰਡੀਆ ਦੇ ਵਿੱਚ ਬਾਹਰਲੇ ਜਿਹੜੇ ਯੂਰੋਪੀਅਨ ਕੰਟਰੀਜ਼ ਸੀ ਉਹਨਾਂ ਦੀ ਇਨਵੋਲਵਮੈਂਟ ਵੱਧਦੀ ਰਹੀ। ਪਰ ਜਿਹੜੀ ਟ੍ਰੇਡਿੰਗ ਇਨਵੋਲਵਮੈਂਟ ਸੀ, ਹੌਲੀ ਹੌਲੀ ਉਹ ਯੂਰੋਪੀਅਨ ਟ੍ਰੇਡਰਸ ਨੇ ਇੰਡੀਆ ਦੇ ਵਿੱਚ ਆ ਕੇ ਟ੍ਰੇਡ ਨੂੰ ਛੱਡ ਕੇ ਮੇਨ ਧਿਆਨ ਆਪਣਾ ਪੋਲਿਟਿਕਸ ਵਿੱਚ ਦੇਣਾ ਸ਼ੁਰੂ ਕਰਤਾ ਕਿ ਇੰਡੀਆ ਨੂੰ ਆਪਾਂ ਕੰਟਰੋਲ ਕਿਵੇਂ ਕਰੀਏ। ਸੋ ਆਪਾਂ ਨੂੰ ਪਤਾ ਵੀ ਜਿਹੜੇ ਬ੍ਰਿਟਿਸ਼ਰ ਸੀਗੇ ਉਹ ਵੀ ਇੰਡੀਆ ਦੇ ਵਿੱਚ ਆਏ ਐਸ ਟ੍ਰੇਡਰ, ਪਰ ਉਹਨਾਂ ਨੇ ਕਿੰਨੇ ਸਾਲ ਇੰਡੀਆ ਦੇ ਉੱਤੇ ਰਾਜ ਕੀਤਾ। ਸੋ ਫਾਈਨਲੀ ਉਹਨਾਂ ਨੇ ਇੰਡੀਆ ਦੇ ਵਿੱਚ ਆ ਕੇ ਆਪਣੀਆਂ ਕਲੋਨੀਜ਼ ਇਸਟੈਬਲਿਸ਼ ਕੀਤੀਆਂ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ, ਆਪਾਂ ਨੇ ਵੈਸਕੋ ਡ ਗਾਮਾ ਦੀ ਗੱਲ ਕੀਤੀ ਜਿਹਨੇ ਨਵਾਂ ਸੀ ਰੂਟ ਲੱਭਿਆ ਕੇਪ ਆਫ ਗੁੱਡ ਹੋਪ ਦੇ ਥਰੂ। ਸੋ ਵੈਸਕੋ ਡੇ ਗਾਮਾ ਇੱਕ ਪੋਰਚੁਗੀਜ਼ ਨੈਵੀਗੇਟਰ ਸੀ। ਸੋ ਸਟਾਰਟਿੰਗ ਹੁੰਦੀ ਹੈ ਯੂਰੋਪੀਅਨ ਟ੍ਰੇਡਰਸ ਪੋਰਚੁਗੀਜ਼ ਤੋਂ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੋਰਚੁਗੀਜ਼ ਲੋਕਾਂ ਦੀ। ਸੋ 17 ਮਈ 1498 ਨੂੰ ਵੈਸਕੋ ਡੇ ਗਾਮਾ ਕੈਲੀਕਟ ਪਹੁੰਚਿਆ। ਸੋ ਉਹਨੇ ਇੱਕ ਨਵਾਂ ਟ੍ਰੇਡ ਰੂਟ ਲੱਭਿਆ ਸੀ ਯੂਰਪ ਤੋਂ ਏਸ਼ੀਆ ਤੱਕ ਦਾ ਵਾਇਆ ਕੇਪ ਆਫ ਗੁੱਡ ਹੋਪ, ਤੇ ਇਹ ਪਹਿਲਾ ਯੂਰੋਪੀਅਨ ਬਣਿਆ ਸੀ ਜਿਹਨੇ ਇੰਡੀਆ ਦੇ ਨਾਲ ਦੁਬਾਰਾ ਤੋਂ ਟ੍ਰੇਡ ਰਿਲੇਸ਼ਨ ਨੂੰ ਇਸਟੈਬਲਿਸ਼ ਕੀਤਾ। ਸੋ ਜਦੋਂ ਕੈਲੀਕਟ ਪਹੁੰਚਿਆ ਤਾਂ ਇਹਨੂੰ ਉੱਥੇ ਕਿਹਨੇ ਵੈਲਕਮ ਕੀਤਾ? ਸੋ ਉੱਥੋਂ ਦੇ ਰੂਲਰ ਜ਼ੈਮੋਰਿਨ ਨੇ ਇਹਨੂੰ ਵੈਲਕਮ ਕੀਤਾ। ਸੋ ਇਹ ਨੇਮ ਵੀ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਹੈ। ਉਸ ਤੋਂ ਬਾਅਦ ਵੈਸਕੋ ਡੇ ਗਾਮਾ ਇੰਡੀਆ ਦੇ ਵਿੱਚ ਆਇਆ ਪਰ ਫਿਰ ਵਾਪਸ ਚਲਾ ਗਿਆ ਪੋਰਚੁਗਲ, ਤੇ ਉਹ ਥੋੜੇ ਸਾਲਾਂ ਬਾਅਦ ਦੁਬਾਰਾ ਇੰਡੀਆ ਦੇ ਵਿੱਚ ਆਇਆ ਤੇ ਉਹਦੀ ਸੈਕਿੰਡ ਵਿਜ਼ਿਟ ਹੋਈ 1502 ਦੇ ਵਿੱਚ। ਤੇ ਜਦੋਂ ਉਹ ਦੂਜੀ ਵਾਰੀ ਇੰਡੀਆ ਆਇਆ ਤਾਂ ਉਹਨੇ ਟ੍ਰੇਡਿੰਗ ਸੈਂਟਰ ਸਟਾਰਟ ਕਰਤਾ। ਸੋ ਉਹਨੇ ਪਹਿਲਾ ਪੋਰਚੁਗੀਜ਼ ਟ੍ਰੇਡਿੰਗ ਸੈਂਟਰ ਖੋਲ੍ਹਿਆ, ਤੇ ਜਿਹੜੇ ਤਿੰਨ ਇੰਪੋਰਟੈਂਟ ਪੋਰਚੁਗੀਜ਼ ਟ੍ਰੇਡਿੰਗ ਸੈਂਟਰ ਨੇ ਉਹਨਾਂ ਦੇ ਵਿੱਚੋਂ ਪਹਿਲਾ ਟ੍ਰੇਡਿੰਗ ਸੈਂਟਰ ਹੈ ਕੈਲੀਕਟ, ਦੈਨ ਕੈਨਨੌਰ, ਦੈਨ ਕੋਚੀਨ। ਸੋ ਤੁਸੀਂ ਇਹਨੂੰ ਟ੍ਰਿਪਲ ਸੀ ਦੇ ਨਾਲ ਵੀ ਯਾਦ ਰੱਖ ਸਕਦੇ ਹੋ। ਸੋ ਕੋਚੀਨ ਸੀ ਜਿਹੜੀ, ਇਹ ਪਹਿਲੀ ਕੈਪੀਟਲ ਬਣੀ ਪੋਰਚੁਗੀਜ਼ ਦੀ ਇੰਡੀਆ ਦੇ ਵਿੱਚ, ਵੈਰੀ ਇੰਪੋਰਟੈਂਟ ਕੁਐਸਚਨ। ਤੇ ਬਾਅਦ ਵਿੱਚ ਜਿਹੜੇ ਪੋਰਚੁਗੀਜ਼ ਸੀ ਉਹਨਾਂ ਨੇ ਆਪਣੀ ਕੈਪੀਟਲ ਨੂੰ ਸ਼ਿਫਟ ਕਰਕੇ ਗੋਆ ਨੂੰ ਕੈਪੀਟਲ ਬਣਾਤਾ ਕੋਚੀਨ ਦੀ ਜਗ੍ਹਾ ਤੇ। ਸੋ ਹੁਣ ਆਪਾਂ ਕੁਝ ਇੰਪੋਰਟੈਂਟ ਗਵਰਨਰਸ ਦੀ ਗੱਲ ਕਰਾਂਗੇ ਕਿ ਜਿਹੜੇ ਇਹ ਇੰਡੀਆ ਦੇ ਵਿੱਚ ਆਏ ਪੋਰਚੁਗੀਜ਼ ਟ੍ਰੇਡ ਚਲਾਉਂਦੇ ਸੀ। ਇਹਨਾਂ ਨੇ ਕੁਝ ਜਿਹੜੀਆਂ ਸਰਕਾਰਾਂ ਸੀ, ਕੁਝ ਗਵਰਨਰ ਅਪਾਇੰਟ ਕੀਤੇ ਹੋਏ ਸੀ ਜਿਹੜੇ ਸਾਰੀ ਮੇਨ ਐਡਮਿਨਿਸਟ੍ਰੇਸ਼ਨ ਦੇਖਦੇ ਸੀ। ਸੋ ਪਹਿਲਾ ਇੰਪੋਰਟੈਂਟ ਨਾਮ ਆਉਂਦਾ ਹੈ ਫ੍ਰਾਂਸਿਸਕੋ ਡੀ ਅਲਮਾਈਡਾ ਦਾ। ਸੋ 1505 ਤੋਂ ਲੈ ਕੇ 1509 ਤੱਕ ਇਹ ਗਵਰਨਰ ਰਹੇ, ਪਹਿਲੇ ਗਵਰਨਰ ਸੀ। ਤੇ ਇਹਨਾਂ ਨੇ ਇੱਕ ਇੰਪੋਰਟੈਂਟ ਪਾਲਿਸੀ ਤਿਆਰ ਕੀਤੀ ਸੀ, ਬਲੂ ਵਾਟਰ ਪਾਲਿਸੀ, ਜਾਂ ਜਿਹਨੂੰ ਕਾਰਟੇਜ ਸਿਸਟਮ ਵੀ ਕਹਿੰਦੇ ਆ। ਉਸ ਤੋਂ ਬਾਅਦ ਆਉਂਦੇ ਅਲਫੋਂਸੋ ਡੀ ਐਲਬੂਕਰ। ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਕਿਉਂਕਿ ਇਹਨਾਂ ਨੂੰ ਮੇਨ ਮੰਨਿਆ ਜਾਂਦਾ ਹੈ ਕਿ ਇੰਡੀਆ ਦੇ ਵਿੱਚ ਜਿਹੜੀ ਪੋਰਚੁਗੀਜ਼ ਦੀ ਮੇਨ ਪਾਵਰ ਸੀ ਉਹਨੂੰ ਸਟਰੋਂਗਲੀ, ਮਜ਼ਬੂਤ ਤਰੀਕੇ ਦੇ ਨਾਲ ਇਸਟੈਬਲਿਸ਼ ਇਹਨਾਂ ਨੇ ਕੀਤਾ ਸੀ, ਅਲਫੋਂਸੋ ਨੇ। ਤੇ ਇਹਨਾਂ ਨੂੰ ਫਾਊਂਡਰ ਵੀ ਮੰਨਿਆ ਜਾਂਦਾ ਹੈ ਪੋਰਚੁਗੀਜ਼ ਪਾਵਰ ਦਾ ਇੰਡੀਆ ਵਿੱਚ। ਸੋ ਇਹ ਕੁਐਸਚਨ ਐਗਜ਼ਾਮਸ ਵਿੱਚ ਬਾਰ-ਬਾਰ ਰਿਪੀਟ ਹੁੰਦਾ ਹੈ। ਨਾਲ ਹੀ
ਜਿਹੜਾ ਅਲਫੋਂਸੋ ਸੀ ਉਹਨਾਂ ਨੇ ਹੀ ਬੀਜਾਪੁਰ ਦੇ ਰੂਲਰ ਤੋਂ ਗੋਆ ਨੂੰ ਕੈਪਚਰ ਕੀਤਾ ਸੀ। Then Bhatkal from Sri Krishnadevaya of Vijayanagar initiated the policy of marrying the natives of India, banned the practice of sati in his area। So ਇਹ ਵੀ ਇੱਕ important question ਹੈ ਕਿ ਕਿਹੜੇ ਪੋਰਚੁਗੀਜ਼ ਗਵਰਨਰ ਸੀ ਜਿਨ੍ਹਾਂ ਨੇ ਸਤੀ ਪ੍ਰੈਕਟਿਸ ਨੂੰ ਆਪਣੇ ਏਰੀਆ ਦੇ ਵਿੱਚ ਬੈਨ ਕੀਤਾ। ਨੈਕਸਟ ਇੱਕ ਹੋਰ ਇੰਪੋਰਟੈਂਟ ਗਵਰਨਰ ਨੇ ਨੀਨੋ ਡਾ ਕੁਨਹਾ। ਸੋ ਇਹੀ ਗਵਰਨਰ ਸੀ ਜਿਨ੍ਹਾਂ ਨੇ ਕੋਚੀਨ ਤੋਂ ਕੈਪੀਟਲ ਪੋਰਚੁਗੀਜ਼ ਦੀ ਸ਼ਿਫਟ ਕਰਕੇ 1530 ਵਿੱਚ ਗੋਆ ਨੂੰ ਕੈਪੀਟਲ ਬਣਾਇਆ। ਸੋ ਇਹ 1530 ਈਅਰ ਡਾਇਰੈਕਟਲੀ ਐਗਜ਼ਾਮਸ ਵਿੱਚ ਪੁੱਛਿਆ ਜਾਂਦਾ ਹੈ। ਇੱਕ ਹੋਰ ਇੰਪੋਰਟੈਂਟ ਫੈਕਟ ਹੈ ਨੀਨੋ ਡਾ ਕੁਨਹਾ ਨਾਲ ਰਿਲੇਟਡ। ਸੋ ਇਹਨਾਂ ਦੇ ਰੂਲ ਦੇ ਅੰਦਰ ਹੀ ਪੋਰਚੁਗੀਜ਼ ਨੇ ਡੀਯੂ ਤੇ ਬੇਸਿਨ ਇਹਨਾਂ ਨੂੰ ਆਪਣੇ ਰੂਲ ਦੇ ਅੰਦਰ ਲਿਆ। ਸੋ ਉਸ ਤੋਂ ਬਾਅਦ ਕੀ ਹੋਇਆ, ਥੋੜੇ ਸਮੇਂ ਬਾਅਦ ਜਿਹੜਾ ਪੋਰਚੁਗੀਜ਼ ਦਾ ਰੂਲ ਸੀ ਉਹ ਇੰਡੀਆ ਦੇ ਵਿੱਚ ਠੰਡਾ ਪੈਣ ਲੱਗ ਗਿਆ। ਸੋ ਹੁਣ ਆਪਾਂ ਦੇਖਾਂਗੇ ਕਿਹੜੇ ਮੇਨ ਕਾਰਨ ਨੇ, ਫੈਕਟਰਸ ਨੇ ਜਿਨ੍ਹਾਂ ਦੇ ਕਰਕੇ ਪੋਰਚੁਗੀਜ਼ ਰੂਲ ਇੰਡੀਆ ਵਿੱਚ ਡਿਕਲਾਈਨ ਹੋਣ ਲੱਗਿਆ। ਸੋ ਨੰਬਰ 1 ਪੋਲੀਟੀਕਲ ਫੀਅਰ ਤੇ ਰਿਲੀਜੀਅਸ ਪ੍ਰੈਸ਼ਰ ਵੀ ਸੀਗਾ। ਨੰਬਰ 2 ਇਜਿਪਟ ਦੇ ਵਿੱਚ ਪਾਵਰਫੁਲ ਡਾਇਨੈਸਟੀਜ਼ ਆਉਣ ਲੱਗ ਗਈਆਂ, ਪਰਜੀਆ ਇਨ ਨਾਰਥ ਇੰਡੀਆ and the appearance of Marathas as neighbor। so ਇਹ ਵੀ ਮੇਨ ਇਹਨਾਂ ਦੇ ਲਈ ਖਤਰਾ ਬਣਨ ਲੱਗ ਗਈ। ਨੈਕਸਟ ਰਾਈਜ਼ ਆਫ ਇੰਗਲਿਸ਼ ਤੇ ਡੱਚ। ਸੋ ਹੌਲੀ ਹੌਲੀ ਪੋਰਚੁਗੀਜ਼ ਤੋਂ ਬਾਅਦ ਇੰਗਲਿਸ਼ ਦੀ ਇਨਵੋਲਵਮੈਂਟ ਹੋਣ ਲੱਗ ਗਈ, ਡੱਚ ਦੀ ਇਨਵੋਲਵਮੈਂਟ ਹੋਣ ਲੱਗ ਗਈ। ਸੋ ਉਹਨਾਂ ਦੇ ਕਰਕੇ ਵੀ ਜਿਹੜੇ ਪੋਰਚੁਗੀਜ਼ ਪਹਿਲਾਂ ਇਕੱਲੇ ਇੰਡੀਆ ਦੇ ਵਿੱਚ ਆਪਣਾ ਟ੍ਰੇਡ ਕਰ ਰਹੇ ਸੀ, ਆਪਣਾ ਰੂਲ ਇਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਸੋ ਹੁਣ ਉਹਨਾਂ ਦੀ ਪਾਵਰ ਡਿਕਲਾਈਨ ਹੋਣ ਲੱਗ ਗਈ। ਨੈਕਸਟ ਰੈਂਪੈਂਟ ਕਰਪਸ਼ਨ। ਸੋ ਜਿਹੜੇ ਅੰਦਰਲੇ ਰੂਲਰ ਸੀ, ਗਵਰਨਰ ਸੀ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕਰਪਸ਼ਨ ਸੀ, ਇੱਕ ਲਾਲਚ ਆਉਣ ਲੱਗ ਗਿਆ, ਸੈਲਫਿਸ਼ਨੈਸ ਆਉਣ ਲੱਗ ਗਈ। ਸੋ ਇਹੀ ਮੇਨ ਕਾਰਨ ਸੀ ਜਿਨ੍ਹਾਂ ਦੇ ਕਰਕੇ ਡਿਕਲਾਈਨ ਹੋਇਆ। ਸੋ ਨੈਕਸਟ ਹੈ ਡੱਚ। ਹੁਣ ਪੋਰਚੁਗੀਜ਼ ਸਭ ਤੋਂ ਪਹਿਲਾਂ ਆਏ, ਉੱਥੋਂ ਆਪਣੀ ਮਾਡਰਨ ਇੰਡੀਆ ਹਿਸਟਰੀ ਸਟਾਰਟ ਹੋਈ। ਪੋਰਚੁਗੀਜ਼ ਤੋਂ ਬਾਅਦ ਜਦੋਂ ਪੋਰਚੁਗੀਜ਼ ਦਾ ਜਿਹੜਾ ਰੂਲ ਸੀ ਉਹ ਠੰਡਾ ਪੈਣ ਲੱਗਿਆ, ਆਪਾਂ ਨੇ ਫੈਕਟਰਸ ਆਫ ਡਿਕਲਾਈਨ ਵਿੱਚ ਵੀ ਪੜ੍ਹਿਆ ਕਿ ਬ੍ਰਿਟਿਸ਼ ਤੇ ਡੱਚ ਦੀ ਇਨਵੋਲਵਮੈਂਟ ਸਟਾਰਟ ਹੋ ਗਈ। ਸੋ ਉਹੀ ਸਮਾਂ ਸੀ ਡਿਕਲਾਈਨ ਵਾਲਾ ਪੀਰੀਅਡ ਜਦੋਂ ਡੱਚ ਨੇ ਆਪਣਾ ਇੰਡੀਆ ਦੇ ਵਿੱਚ ਇਨਵੋਲਵਮੈਂਟ ਸਟਾਰਟ ਕੀਤੀ। ਸੋ ਡੱਚ ਅਰਾਈਵਡ ਇਨ ਇੰਡੀਆ ਐਜ਼ ਅ ਬਿਗਨਿੰਗ ਆਫ ਪੋਰਚੁਗੀਜ਼ ਡਿਕਲਾਈਨ ਇਨ 1605। ਸੋ ਜਿਹੜੀ ਡੱਚ ਦੀ ਈਸਟ ਇੰਡੀਆ ਕੰਪਨੀ ਸੀ, ਟ੍ਰੇਡਿੰਗ ਕੰਪਨੀ ਸੀ ਨੀਦਰਲੈਂਡ ਦੀ, ਉਹ 1592 ਵਿੱਚ ਬਣੀ। ਦੈਨ ਕਾਰਨਲਿਸ ਹਾਊਟਮੈਨ ਪਹਿਲੇ ਡੱਚ ਸੀ ਜਿਹੜੇ ਇੰਡੀਆ ਦੇ ਵਿੱਚ ਆਏ, ਵੈਰੀ ਇੰਪੋਰਟੈਂਟ ਨੇਮ। ਸੋ ਜਿਹੜੇ ਡੱਚ ਲੋਕ ਸੀ ਇਹਨਾਂ ਨੇ ਇੰਡੀਆ ਵਿੱਚ ਆ ਕੇ ਟ੍ਰੇਡਿੰਗ ਸੈਂਟਰ ਸਟਾਰਟ ਕੀਤੇ, ਨਾਗਾਪਟਨਮ ਤਮਿਲਨਾਡੂ, ਮਛਲੀਪਟਨਮ ਆਂਧਰਾ, ਚਿੰਸੂਰਾ ਬੰਗਾਲ ਤੇ ਮਾਹੇ ਐਟ ਮਾਲਾਬਾਰ ਕੋਸਟ, ਤੇ ਇਹਨਾਂ ਦੇ ਹੈੱਡਕੁਆਰਟਰ ਸੀ ਨਾਗਾਪਟਨਮ, ਵੈਰੀ ਇੰਪੋਰਟੈਂਟ ਨੇਮ। ਉਸ ਤੋਂ ਬਾਅਦ ਇਹ ਜ਼ਿਆਦਾ ਸਟਰੋਂਗ ਨਹੀਂ ਸੀ, ਇਹ ਪੋਰਚੁਗੀਜ਼ ਤੇ ਇੰਗਲਿਸ਼ ਦੇ ਨਾਲ ਡਾਇਰੈਕਟਲੀ ਕੰਪੀਟ ਨਹੀਂ ਕਰ ਪਾਏ, ਆਪਣਾ ਰੂਲ ਇਸਟੈਬਲਿਸ਼ ਨਹੀਂ ਕਰ ਪਾਏ। ਸੋ ਥੋੜੇ ਸਮੇਂ ਬਾਅਦ ਹੀ ਇਹਨਾਂ ਨੇ ਇੰਡੀਆ ਨੂੰ ਛੱਡਤਾ ਸੀ। ਤੇ ਮੇਨ ਡੱਚ ਫੈਕਟਰੀਜ਼ ਕਿੱਥੇ ਕਿੱਥੇ ਬਣੀਆਂ? ਸੋ ਸਭ ਤੋਂ ਪਹਿਲਾਂ ਤਾਂ 1605 ਵਿੱਚ ਜਦੋਂ ਇਹ ਇੰਡੀਆ ਦੇ ਵਿੱਚ ਅਰਾਈਵ ਹੋਏ ਆਏ, ਉਦੋਂ ਇਹਨਾਂ ਨੇ ਫੈਕਟਰੀ ਬਣਾਈ ਮਸੂਲੀਪਟਨਮ। ਇਹ ਕੁਐਸਚਨ ਬਹੁਤ ਵਾਰੀ ਐਗਜ਼ਾਮ ਪੁੱਛਿਆ ਜਾਂਦਾ ਹੈ। ਨੈਕਸਟ ਪੁੱਲੀਕਾਟ 1610, ਸੂਰਤ 1616, ਇਹ ਵੀ ਕਾਫੀ ਇੰਪੋਰਟੈਂਟ ਈਅਰ ਹੈ। ਬਿਮਲੀਪਟਮ, ਕਾਰੀਕਾਲ, ਚਿੰਸੂਰਾ, ਕਾਸਿਮ ਬਾਜ਼ਾਰ, ਬਾਰਾਨਗਰ, ਪਟਨਾ, ਬਲਾਸੌਰ, ਨਾਗਾਪਟਨਮ ਐਂਡ ਕੋਚੀਨ। So decline in India was due to defeat of Dutch in Anglo-Dutch rivalry। So Dutch ਦੀ directly ਜਿਹੜੇ English ਸੀ ਉਹਨਾਂ ਦੇ ਨਾਲ rivalry start ਹੋ ਗਈ, ਉਹਨਾਂ ਦੇ ਨਾਲ ਲੜਾਈਆਂ ਸ਼ੁਰੂ ਹੋ ਗਈਆਂ। ਸੋ ਇਸੇ ਕਰਕੇ ਜਿਹੜਾ ਡੱਚ ਸੀ ਉਹਨਾਂ ਦਾ ਰੂਲ ਇੰਡੀਆ ਦੇ ਵਿੱਚ ਜਦੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਬ੍ਰਿਟਿਸ਼ਰਸ ਤੋਂ, ਡਿਫੀਟ ਹੋ ਗਏ, ਡਿਕਲਾਈਨ ਹੋ ਗਿਆ ਰੂਲ। ਨਾਲ ਹੀ ਇੱਕ ਇੰਪੋਰਟੈਂਟ ਆਪਾਂ ਨੂੰ ਇਹ ਬੈਟਲ ਯਾਦ ਰੱਖਣੀ ਹੈ ਜਿਹਦੇ ਵਿੱਚ ਇੰਗਲਿਸ਼ ਨੇ ਡੱਚ ਨੂੰ ਹਰਾਇਆ। ਸੋ ਇਹ ਬੈਟਲ ਵੀ ਡਾਇਰੈਕਟਲੀ ਕਾਫੀ ਵਾਰੀ ਐਗਜ਼ਾਮ ਵਿੱਚ ਪੁੱਛੀ ਜਾਂਦੀ ਹੈ। ਸੋ ਇਹ ਸੀ ਬੈਟਲ ਆਫ ਬਿਦਾਰਾ 1759। ਨੈਕਸਟ ਇੰਗਲਿਸ਼। ਸੋ ਇੰਗਲਿਸ਼ ਈਸਟ ਇੰਡੀਆ ਕੰਪਨੀ ਬਣੀ 1600 ਵਿੱਚ। ਸੋ ਇਹ ਕਿਵੇਂ ਬਣੀ? ਜਿਹੜੀ ਕੁਈਨ ਐਲਿਜ਼ਾਬੈਥ 1 ਸੀ ਉਹਨੇ ਇੱਕ ਚਾਰਟਰ ਪਾਸ ਕੀਤਾ ਸੀ, ਇੱਕ ਲਾਇਸੈਂਸ ਇਸ਼ੂ ਕੀਤਾ ਸੀ ਜਿਹਦੇ ਨਾਲ ਕੰਪਨੀ ਨੂੰ ਮੋਨੋਪੋਲੀ ਦੇਤੀ ਸੀ ਕਿ ਉਹ 15 ਸਾਲਾਂ ਦੇ ਲਈ ਈਸਟ ਇੰਡੀਜ਼ ਦੇ ਵਿੱਚ ਵਪਾਰ ਕਰ ਸਕਦੀ ਹੈ, ਟ੍ਰੇਡ ਕਰ ਸਕਦੀ ਹੈ। ਸੋ ਇੰਗਲਿਸ਼ ਈਸਟ ਇੰਡੀਆ ਕੰਪਨੀ was formed on 1600 by the charter issued by Queen Elizabeth I, which gave the company monopoly।
ਮੋਨੋਪੋਲੀ ਮਤਲਬ ਕੱਲੇ ਹੀ ਇਹ ਟ੍ਰੇਡ ਕਰਨਗੇ, ਕੱਲਿਆਂ ਦਾ ਹੀ ਰਾਜ ਰਹੂਗਾ ਈਸਟ ਇੰਡੀ ਵਿੱਚ 15 ਸਾਲਾਂ ਲਈ। So with Captain Thomas Roe's victory over Portuguese, English established their first factory at Surat in 1613. So ਜਿਹੜੇ ਪੋਰਚੁਗੀਜ਼ ਆਪਾਂ ਨੇ ਪੜ੍ਹੇ ਸੀ, ਸਭ ਤੋਂ ਪਹਿਲਾਂ ਆਏ ਸੀ ਇੰਡੀਆ ਵਿੱਚ, ਉਹਨਾਂ ਨੂੰ ਕੈਪਟਨ ਥਾਮਸ ਰੋ ਨੇ ਹਰਾਇਆ 1612 ਵਿੱਚ, ਤੇ ਇੰਗਲਿਸ਼ ਨੇ ਹਰਾਉਣ ਤੋਂ ਬਾਅਦ ਅਗਲੇ ਹੀ ਸਾਲ ਆਪਣੀ ਪਹਿਲੀ ਫੈਕਟਰੀ ਸਟੈਬਲਿਸ਼ ਕਰ ਲਈ ਸੂਰਤ ਵਿੱਚ। ਸੋ ਜਿਹੜੇ ਥਾਮਸ ਰੋ ਸੀ, ਉਹਨਾਂ ਨੂੰ ਫੈਕਟਰੀ ਸਟੈਬਲਿਸ਼ ਕਰਨ ਦੀ ਪਰਮਿਸ਼ਨ ਮਿਲੀ ਸੀ ਜਹਾਂਗੀਰ ਤੋਂ। ਵੈਰੀ ਇੰਪੋਰਟੈਂਟ ਕੁਐਸਚਨ। ਸੋ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਰਮਿਸ਼ਨ ਮਿਲ ਗਈ ਤਾਂ ਉਹਨਾਂ ਨੇ ਕਿੱਥੇ ਕਿੱਥੇ ਫੈਕਟਰੀਆਂ ਲਗਾਈਆਂ? ਆਗਰਾ, ਅਹਿਮਦਾਬਾਦ, ਬਰੂਚ। ਉਸ ਤੋਂ ਬਾਅਦ ਜਿਹੜੇ ਬੰਬੇ ਸੀ ਉਹ ਵੀ ਕੰਪਨੀ ਦੇ ਕੰਟਰੋਲ ਵਿੱਚ ਆ ਗਿਆ, with Charles II leasing it out to English company. Then Madras ਉਹਨਾਂ ਦੇ ਕੰਟਰੋਲ ਵਿੱਚ ਆਇਆ, with Fort St. George replaced Masulipatam as English headquarter on the east coast when the former was given by Chandragiri chief to English in 1639. ਸੋ ਜਿਹੜਾ ਮਦਰਾਸ ਸੀ ਉਹ ਚੰਦਰਗਿਰੀ ਦਾ ਜਿਹੜਾ ਚੀਫ ਸੀ ਉਹਨੇ ਬ੍ਰਿਟਿਸ਼ਰਸ ਨੂੰ ਦਿੱਤਾ ਸੀ 1639 ਦੇ ਵਿੱਚ। ਨੈਕਸਟ ਜਿਹੜੀ ਕੈਲਕਟਾ ਦੀ ਸਿਟੀ ਸੀ, ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਜਿਹੜਾ ਕੈਲਕਟਾ ਸ਼ਹਿਰ ਹੈ ਉਹ 3 ਪਿੰਡਾਂ ਨੂੰ ਜੋੜ ਕੇ ਬਣਾਇਆ ਸੀ। ਸੋ ਉਹ 3 ਵਿਲੇਜਿਸ ਸੀ, ਸੂਤਾਨੁਤੀ, ਗੋਬਿੰਦਪੁਰਾ, ਕਾਲੀਕਤ। ਤੇ ਜਿਹੜੀਆਂ ਵਿਲੇਜਿਸ ਸੀ ਇਹ ਲਈਆਂ ਸੀ ਇੰਗਲਿਸ਼ ਨੇ ਮੁਗਲ ਗਵਰਨਰ ਆਫ ਬੰਗਾਲ ਤੋਂ। ਸੋ ਇਹ ਵੀ ਇੰਪੋਰਟੈਂਟ ਫੈਕਟ ਹੈ। ਨੈਕਸਟ fortified settlement was named Fort William 1700 ਵਿੱਚ। It became the seat of British power in India till 1911. So ਇਹ ਵੀ important dates ਯਾਦ ਰੱਖਣੀਆਂ ਨੇ। Then in 1717 ਜਿਹੜਾ ਫਾਰੂਕਸਿਆਰ ਦੇ ਫਰਮਾਨ ਸੀ, ਜਿਨ੍ਹਾਂ ਨੂੰ ਆਪਾਂ ਮੈਗਨਾ ਕਾਰਟਾ ਕਹਿੰਦੇ ਆ, ਇੰਗਲਿਸ਼ ਈਸਟ ਇੰਡੀਆ ਕੰਪਨੀ ਦੇ, ਉਹਨਾਂ ਨੇ ਪ੍ਰਿਵਿਲੇਜਸ ਦਿੱਤੀਆਂ ਕੰਪਨੀ ਨੂੰ ਬੰਗਾਲ ਦੇ ਵਿੱਚ, ਗੁਜਰਾਤ ਵਿੱਚ, ਹਾਇਦਰਾਬਾਦ ਵਿੱਚ। ਸੋ ਕੁਝ ਮਤਲਬ ਇੰਪੋਰਟੈਂਟ ਰਾਈਟਸ ਦਿੱਤੇ ਕੰਪਨੀ ਨੂੰ ਕਿ ਆਪਣੀ ਮਰਜ਼ੀ ਦੇ ਨਾਲ ਟ੍ਰੇਡ ਕਰ ਸਕਦੇ ਨੇ, ਆਪਣੀ ਮਰਜ਼ੀ ਦੇ ਨਾਲ ਫੈਕਟਰੀਜ਼ ਇਸਟੈਬਲਿਸ਼ ਕਰਦੇ ਨੇ। ਸੋ ਜਿਹੜੀ ਇੱਕ ਮੇਨ ਖੁੱਲ੍ਹ ਦਿੱਤੀ ਸੀ ਇੰਗਲਿਸ਼ ਨੂੰ, ਉਹ ਦਿੱਤੀ ਸੀ ਫਾਰੂਕਸਿਆਰ ਦੇ ਫਰਮਾਨ ਦੇ ਨਾਲ 1717 ਵਿੱਚ। ਸੋ ਇਹ ਵੀ ਇੰਪੋਰਟੈਂਟ ਨੇਮ ਤੁਸੀਂ ਯਾਦ ਰੱਖਣਾ। ਨੈਕਸਟ ਹੁਣ ਆਪਾਂ ਗੱਲ ਕਰਾਂਗੇ ਫ੍ਰੈਂਚ ਦੀ। ਸੋ ਵੀ ਹੈਵ ਟਾਕਡ ਅਬਾਊਟ ਪੋਰਚੁਗੀਜ਼, ਡੱਚ, ਬ੍ਰਿਟਿਸ਼। ਸੋ ਬ੍ਰਿਟਿਸ਼ ਇੰਗਲਿਸ਼ ਤੋਂ ਬਾਅਦ ਜਿਹੜੀ ਐਗਜ਼ਾਮ ਪੁਆਇੰਟ ਤੋਂ ਆਪਣੇ ਲਈ ਸਭ ਤੋਂ ਇੰਪੋਰਟੈਂਟ ਸੈਕਿੰਡ ਨੰਬਰ ਤੇ ਯੂਰੋਪੀਅਨ ਆਉਂਦੇ ਨੇ, ਉਹ ਨੇ ਫ੍ਰੈਂਚ। ਸੋ 1664 ਵਿੱਚ ਫ੍ਰੈਂਚ ਇੰਡੀਆ 'ਚ ਆਏ ਐਜ਼ ਲਾਸਟ ਯੂਰੋਪੀਅਨ ਕਮਿਊਨਿਟੀ। ਸੋ ਇਹ ਸਭ ਤੋਂ ਆਖਰੀ ਯੂਰੋਪੀਅਨ ਟ੍ਰੇਡਰ ਸੀ ਇੰਡੀਆ ਵਿੱਚ ਆਉਣ ਵਾਲੇ। ਦੈਨ ਇੰਡੀਆ ਦੇ ਵਿੱਚ ਜਿਹੜੀ ਫ੍ਰੈਂਚ ਈਸਟ ਇੰਡੀਆ ਕੰਪਨੀ ਸੀ ਉਹਦੇ ਫਾਊਂਡਰ ਸੀ ਜੀਨ ਬੈਪਟਾਈਜ਼ ਕਾਲਬਰਟ। ਵੈਰੀ ਇੰਪੋਰਟੈਂਟ ਨੇਮ। ਸੋ ਫ੍ਰੈਂਚ ਨੇ ਆਪਣੀ ਪਹਿਲੀ ਫੈਕਟਰੀ ਸਟੈਬਲਿਸ਼ ਕੀਤੀ 1667 ਸੂਰਤ, ਦੂਜੀ ਕੀਤੀ 1669 ਮਸੂਲੀਪਟਨਮ, ਤੇ ਬਹੁਤ ਹੀ ਜ਼ਿਆਦਾ ਵੈਲ ਨੋਨ ਫ੍ਰੈਂਚ ਵਾਇਸਰॉय ਸੀ ਜਿਨ੍ਹਾਂ ਦਾ ਨਾਮ ਸੀ ਫ੍ਰੈਂਸੋ ਮਾਰਟਿਨ। ਸੋ ਤੁਸੀਂ ਯਾਦ ਰੱਖਣਾ ਹੈ ਕਿ ਇਹ ਫ੍ਰੈਂਚ ਦੇ ਵਾਇਸਰॉय ਸੀ। ਤੇ ਇੱਕ ਹੋਰ ਇੰਪੋਰਟੈਂਟ ਨਾਮ ਆਉਂਦਾ ਹੈ ਫ੍ਰੈਂਚ ਨਾਲ ਰਿਲੇਟਡ, ਡੁਪਲੈਕਸ। ਸੋ ਡੁਪਲੈਕਸ ਨੂੰ ਮੰਨਿਆ ਜਾਂਦਾ ਸੀ ਕਿ ਇਹ ਸਭ ਤੋਂ ਜ਼ਿਆਦਾ ਪਾਵਰਫੁਲ ਫ੍ਰੈਂਚ ਗਵਰਨਰ ਨੇ ਤੇ ਇਹਨਾਂ ਦੀ ਅਪਾਇੰਟਮੈਂਟ ਹੋਈ ਸੀ 1742 ਵਿੱਚ। ਦੈਨ ਜਿਹੜੇ ਫ੍ਰੈਂਚ ਸੀ ਉਹਨਾਂ ਦੀ ਡਾਇਰੈਕਟਲੀ ਇੱਕ ਦੁਸ਼ਮਣੀ ਚੱਲਦੀ ਰਹੀ, ਇੱਕ ਰਿਵਲਰੀ ਚੱਲਦੀ ਰਹੀ ਇੰਗਲਿਸ਼ ਦੇ ਨਾਲ। ਸੋ ਜਿਹੜੀ ਐਂਗਲੋ ਫ੍ਰੈਂਚ ਰਿਵਲਰੀ ਸੀ ਇਹਨੂੰ ਆਪਾਂ ਪੜਾਂਗੇ 3 ਕਰਨਾਟਿਕ ਵਾਰਸ ਦੀ ਫਾਰਮ ਵਿੱਚ। So the wars that fought between French and English during 1745 and 1763. 1664 ਵਿੱਚ ਕਾਲਬਰਟ ਸੀ ਜਿਹੜੇ ਇੰਡੀਆ ਦੇ ਵਿੱਚ ਆਏ, ਜਿਨ੍ਹਾਂ ਨੇ ਆ ਕੇ ਆਪਣੀ ਉਰੇ ਫ੍ਰੈਂਚ ਈਸਟ ਇੰਡੀਆ ਕੰਪਨੀ ਖੋਲੀ। ਇਹ ਕੌਣ ਸੀ? ਕਾਲਬਰਟ ਇੱਕ ਮਿਨਿਸਟਰ ਸੀ ਲੂਇਸ 14 ਜਿਹੜੀ ਫਰਾਂਸ ਦੇ ਵਿੱਚ ਸਰਕਾਰ ਚੱਲ ਰਹੀ ਸੀ। ਸੋ ਉਹਦੇ ਉਸ ਟਾਈਮ ਦੇ ਰੂਲਰ ਸੀ। ਸੋ ਇਹ ਤੁਸੀਂ ਯਾਦ ਰੱਖਣਾ ਹੈ ਕਿ ਜਦੋਂ ਫ੍ਰੈਂਚ ਇੰਡੀਆ ਦੇ ਵਿੱਚ ਆਏ ਉਸ ਟਾਈਮ ਰੂਲਰ ਕੌਣ ਸੀ ਫਰਾਂਸ ਦੇ? ਸੋ ਉਹ ਸੀ ਲੂਇਸ 14। ਸੋ ਉਸ ਤੋਂ ਬਾਅਦ ਇੱਕ ਹੋਰ ਇੰਪੋਰਟੈਂਟ ਚੀਜ਼ ਕਿ ਜਿਹੜੇ ਫ੍ਰੈਂਚ ਸੀ ਉਹਨਾਂ ਨੇ ਹੈੱਡਕੁਆਰਟਰਸ ਕਿਹਨੂੰ ਬਣਾਇਆ? ਸੋ ਹੈੱਡਕੁਆਰਟਰਸ ਦੇ ਤੌਰ ਤੇ ਡਿਵੈਲਪ ਕੀਤਾ ਪੌਂਡੀਚੇਰੀ ਨੂੰ। ਸੋ ਨੈਕਸਟ ਹੁਣ ਆਪਾਂ ਕਰਨਾਟਿਕ ਵਾਰਸ ਪੜ੍ਹਨ ਤੋਂ ਪਹਿਲਾਂ ਇੱਕ ਦਿਮਾਗ ਵਿੱਚ ਬੈਕਗਰਾਉਂਡ ਤਿਆਰ ਕਰਾਂਗੇ ਕਿ ਉਸ ਟਾਈਮ ਦੀ ਹਾਲਤ ਕੀ ਸੀ। ਸੋ ਜਦੋਂ ਕਰਨਾਟਿਕ ਵਾਰਸ ਆਈਆਂ ਤਾਂ ਉਸ ਟਾਈਮ
ਆਪਾਂ ਇੱਕ ਸਿੰਪਲ ਜਿਹੀ ਸਿਚੁਏਸ਼ਨ ਸਮਝਾਂਗੇ ਕਿ ਇੱਕ ਤਾਂ ਇੰਡੀਆ ਦੇ ਵਿੱਚ ਸੀਗੇ ਯੂਰੋਪੀਅਨ ਜਿਹੜੇ ਸੀ ਫ੍ਰੈਂਚ ਪੀਪਲ, ਦੂਜੇ ਸੀ ਆਪਣੇ ਕੋਲ ਇੰਗਲਿਸ਼ ਪੀਪਲ। ਸੋ ਇਹ ਤਾਂ ਦੋ ਸੀਗੇ ਫੋਰਨ ਵਾਲੇ। ਇੰਡੀਆ ਦੇ ਵਿੱਚ ਜਿਹੜੀ ਸਰਕਾਰ ਸੀ ਉਹ ਮੇਨ ਤਾਂ ਸੀ ਰੂਲਿੰਗ ਪਾਵਰ ਮੁਗਲਸ ਦੀ, ਪਰ ਮੁਗਲਸ ਉਸ ਟਾਈਮ ਆਪਣੇ ਜਿਹੜੇ ਲਾਸਟ ਰੂਲਰ ਸੀ ਵੀਕ ਰੂਲਰਸ ਉਹਨਾਂ ਦੇ ਹੱਥਾਂ ਵਿੱਚ ਸੀ। ਸੋ ਮੁਗਲ ਐਮਪਾਇਰ ਦੀ ਡਾਊਨਫਾਲ ਸੀ, ਬਿਲਕੁਲ ਐਂਡ ਵਾਲਾ ਸਮਾਂ ਸੀਗਾ, ਖਤਮ ਹੋਣ ਵਾਲਾ ਸੀ। ਤੇ ਇਹੀ ਮੇਨ ਕਾਰਨ ਸੀ ਡਾਊਨਫਾਲ ਆਫ ਮੁਗਲ ਐਮਪਾਇਰ ਕਿ ਜਿਹੜਾ ਡੈਕਨ ਵਾਲਾ ਏਰੀਆ ਸੀ ਇਹ ਅਲੱਗ ਸੀ ਬਾਕੀਆਂ ਨਾਲੋਂ। ਇਹ ਕਿਹਦੇ ਅੰਦਰ ਸੀ? ਨਿਜ਼ਾਮ ਉਲ ਮੁਲਕ ਦੇ ਅੰਦਰ। ਤੇ ਇਹਦੇ ਅੰਦਰ ਵੀ ਇੱਕ ਹੋਰ ਰੀਜਨ ਆਉਂਦਾ ਕਰਨਾਟਕ ਦਾ ਰੀਜਨ, ਜਿਹੜਾ ਵੈਸੇ ਤਾਂ ਜੇ ਆਪਾਂ ਨੋਮੀਨਲੀ ਗੱਲ ਕਰੀਏ ਤਾਂ ਨਿਜ਼ਾਮ ਦੇ ਅੰਦਰ ਹੀ ਸੀ, ਪਰ ਉਹਨੂੰ ਰੂਲ ਕੌਣ ਕਰ ਰਿਹਾ ਸੀ? ਉਹਨੂੰ ਇੱਕ ਆਟੋਨਮਸ ਨਵਾਬ ਰੂਲ ਕਰ ਰਿਹਾ ਸੀ। ਸੋ ਇਹ ਤੁਸੀਂ 3-4 ਇੰਪੋਰਟੈਂਟ ਜਿਹੜੇ ਫੈਕਟ ਨੇ ਇਹ ਪਹਿਲਾਂ ਬੈਕਗ੍ਰਾਉਂਡ ਦੇ ਤੌਰ ਤੇ ਯਾਦ ਰੱਖਣੇ ਆ। ਸੋ ਹੁਣ ਆਪਾਂ ਗੱਲ ਕਰਾਂਗੇ ਪਹਿਲੀ ਕਰਨਾਟਕ ਵਾਰ ਦੀ। ਕਰਨਾਟਕ ਕੀ ਸੀ? ਕਰਨਾਟਕ ਇੱਕ ਇਹੋ ਜਿਹੀ ਜਗ੍ਹਾ ਸੀ ਜਿਹਨੂੰ ਯੂਰੋਪੀਅਨਸ ਨੇ ਨਾਮ ਦਿੱਤਾ। ਸੋ ਯੂਰੋਪੀਅਨ ਨੇ ਕੋਰੋਮੰਡਲ ਕੋਸਟ ਤੇ ਜਿਹੜਾ ਉਹਦਾ ਆਲੇ ਦੁਆਲੇ ਵਾਲਾ ਏਰੀਆ ਸੀ ਹਿੰਟਰਲੈਂਡ, ਸੋ ਕੋਰੋਮੰਡਲ ਕੋਸਟ ਤੇ ਉਹਦਾ ਹਿੰਟਰਲੈਂਡ, ਉਹਨੂੰ ਇੱਕ ਨਾਮ ਦੇਤਾ ਕਰਨਾਟਕ। ਸੋ ਪਹਿਲੀ ਚੀਜ਼ ਤਾਂ ਇਹ ਇੰਪੋਰਟੈਂਟ ਤੁਸੀਂ ਯਾਦ ਰੱਖਣੀ ਹੈ। ਸੋ ਕਾਰਨ ਕੀ ਸੀ ਵਾਰ ਦਾ? ਸੋ ਮੇਨ ਕਾਰਨ ਸੀ ਆਸਟਰੀਅਨ ਵਾਰ ਆਫ ਸਕਸੈਸ਼ਨ ਇਨ ਯੂਰਪ ਇਨ 1740। ਸੋ ਫ੍ਰੈਂਚ ਤੇ ਇੰਗਲਿਸ਼ ਜਿਹੜੇ ਉਸ ਟਾਈਮ ਇੰਡੀਆ ਦੇ ਵਿੱਚ ਬਾਹਰਲੀਆਂ ਦੋ ਪਾਵਰਸ ਆਪਣੀ ਆਪਣੀ ਪੋਜੀਸ਼ਨ ਬਣਾਉਣ ਦੇ ਉੱਤੇ ਲੱਗੇ ਹੋਏ ਸੀ, ਉਹਨਾਂ ਦੋਨਾਂ ਦੀ ਯੂਰਪ ਦੇ ਵਿੱਚ ਆਲਰੇਡੀ ਇੱਕ ਲੜਾਈ ਚੱਲ ਰਹੀ ਸੀ, ਆਸਟਰੀਅਨ ਵਾਰ ਆਫ ਸਕਸੈਸ਼ਨ, ਤੇ ਫ੍ਰੈਂਚ ਨੇ ਇੰਗਲਿਸ਼ ਨੂੰ ਅਟੈਕ ਕੀਤਾ 1746। ਸੋ ਇੰਗਲਿਸ਼ ਨੇ ਕੀ ਕੀਤਾ? ਨਵਾਬ ਸੀ ਜਿਹੜਾ ਕਰਨਾਟਕ ਦਾ ਅਨਵਰੁਦੀਨ, ਉਹਦੀ ਹੈਲਪ ਮੰਗੀ, ਉਹਦੀ ਮਦਦ ਮੰਗੀ। ਸੋ ਪਹਿਲਾਂ ਤਾਂ ਤੁਸੀਂ ਉਰੇ ਇਹ ਦੋ ਚੀਜ਼ਾਂ ਨੂੰ ਆਪਸ ਦੇ ਵਿੱਚ ਜੋੜ ਲਓ ਵੀ ਇੰਗਲਿਸ਼ ਪਲੱਸ ਨਵਾਬ ਆਫ ਕਰਨਾਟਕ। ਪਰ ਜਿਹੜੇ ਫ੍ਰੈਂਚ ਸੀ ਉਹਨਾਂ ਨੇ ਇੱਕ ਟ੍ਰੀਟੀ ਬਣਾ ਲਈ। ਸੋ ਹੁਣ ਫ੍ਰੈਂਚ ਨੂੰ ਵੀ ਇੰਗਲਿਸ਼ ਨੇ ਤਾਂ ਆਪਣਾ ਇੱਕ ਇੰਡੀਅਨ ਸਾਥੀ ਚੁਣ ਲਿਆ, ਹੁਣ ਫ੍ਰੈਂਚ ਨੂੰ ਇੱਕ ਇੰਡੀਅਨ ਸਾਥੀ ਦੀ ਲੋੜ ਸੀ ਇਸ ਲੜਾਈ ਦੇ ਵਿੱਚ। ਸੋ ਫ੍ਰੈਂਚ ਨੇ ਟ੍ਰੀਟੀ ਬਣਾ ਲਈ ਆਪਣੇ ਰਾਈਵਲ ਦੇ ਨਾਲ ਜੋ ਸੀ ਛੰਦ ਸਾਹਿਬ। ਸੋ ਪਰ ਕੀ ਹੋਇਆ, ਜਿਹੜੀ ਲੜਾਈ ਸੀ ਇਹ ਜ਼ਿਆਦਾ ਟਾਈਮ ਟਿਕੀ ਨਹੀਂ। ਸੋ ਇੱਕ ਟ੍ਰੀਟੀ, ਇੱਕ ਅਗਰੀਮੈਂਟ ਤਿਆਰ ਕਰ ਲਿਆ ਐਕਸ ਲਾ ਚਪੇਲ, ਸੋ ਵੈਰੀ ਇੰਪੋਰਟੈਂਟ ਨੇਮ। ਸੋ ਇਸੇ ਅਗਰੀਮੈਂਟ ਦੇ ਬਾਅਦ ਹੀ ਜਿਹੜੀ ਇਹ ਪਹਿਲੀ ਕਰਨਾਟਕ ਵਾਰ ਸੀ ਇੰਗਲਿਸ਼ ਪਲੱਸ ਨਵਾਬ ਤੇ ਦੂਜੇ ਪਾਸੇ ਫ੍ਰੈਂਚ ਪਲੱਸ ਛੰਦ ਸਾਹਿਬ, ਇਹ ਕਨਕਲੂਡ ਹੋ ਗਈ, ਇਹ ਖਤਮ ਹੋ ਗਈ 1748। ਸੋ ਉਸ ਤੋਂ ਬਾਅਦ ਜਿਹੜੀ ਇਹ ਟ੍ਰੀਟੀ ਸੀ ਬੇਸਿਕਲੀ ਇਹਦੇ ਨਾਲ ਆਸਟਰੀਅਨ ਸਕਸੈਸ਼ਨ ਵਾਰ ਜਿਹੜੀ ਯੂਰਪ ਵਿੱਚ ਚੱਲ ਰਹੀ ਸੀ ਉਹ ਖਤਮ ਕੀਤੀ ਗਈ ਸੀ। ਸੋ ਇਹਦਾ ਹੀ ਰਿਜ਼ਲਟ ਸੀ ਕਿ ਜਦੋਂ ਮੇਨ ਯੂਰਪ ਵਾਲੀ ਲੜਾਈ ਖਤਮ ਹੋ ਗਈ ਤਾਂ ਇੰਡੀਆ ਦੇ ਵਿੱਚ ਜਿਹੜੀ ਇਹ ਦੋ ਪਾਰਟੀਆਂ ਦੇ ਵਿਚਾਲੇ ਲੜਾਈ ਚੱਲ ਰਹੀ ਸੀ ਉਹ ਵੀ ਠੰਡੀ ਪੈ ਗਈ। ਸੋ ਇਹਦੇ ਨਾਲ ਹੀ ਪਹਿਲੀ ਕਰਨਾਟਕ ਵਾਰ ਦਾ ਐਂਡ ਹੋ ਗਿਆ। ਸੋ ਨੈਕਸਟ ਹੈ ਸੈਕਿੰਡ ਕਰਨਾਟਕ ਵਾਰ। ਚਾਹੇ ਆਸਟਰੀਅਨ ਵਾਰ ਆਫ ਸਕਸੈਸ਼ਨ ਖਤਮ ਹੋ ਗਈ ਸੀ ਯੂਰਪ ਵਿੱਚ, ਪਰ ਕਿਤੇ ਨਾ ਕਿਤੇ ਉਹਨੇ ਜਿਹੜੀ ਇੰਡੀਆ ਦੇ ਵਿੱਚ ਲੜਾਈ ਸਟਾਰਟ ਹੋਈ ਸੀ ਇੰਗਲਿਸ਼ ਤੇ ਫ੍ਰੈਂਚ ਦੀ ਉਹਨੂੰ ਬਰਕਰਾਰ ਰੱਖਿਆ। ਸੋ ਇੰਗਲਿਸ਼ ਤੇ ਫ੍ਰੈਂਚ ਨੇ ਇੱਕ ਦੂਜੇ ਦੀ ਆਪੋਜ਼ਿਟ ਸਾਈਡ ਲਈ ਇਨ ਦਾ ਇੰਟਰਨਲ ਪੋਲਿਟਿਕਸ ਆਫ ਇੰਡੀਆ, ਤੇ ਇਹੀ ਮੇਨ ਕਾਰਨ ਬਣਿਆ ਸੈਕਿੰਡ ਕਰਨਾਟਕ ਵਾਰ ਦਾ। ਸੋ ਸੈਕਿੰਡ ਕਰਨਾਟਕ ਵਾਰ ਵਿੱਚ ਜਿਹੜੀਆਂ ਪਾਰਟੀਆਂ ਸੀਗੀਆਂ ਆਮਨੇ ਸਾਹਮਣੇ, ਉਹਨਾਂ ਦੇ ਵਿੱਚ ਇੱਕ ਸਾਈਡ ਤੇ ਸੀ ਡੁਪਲੈਕਸ। ਸੋ ਡੁਪਲੈਕਸ ਕੌਣ ਸੀ? ਇੱਕ ਫ੍ਰੈਂਚ ਗਵਰਨਰ। ਸੋ ਡੁਪਲੈਕਸ ਨੇ ਸਪੋਰਟ ਕੀਤੀ ਮੁਜ਼ੱਫਰ ਜੰਗ ਦੀ ਜੋ ਕਿ ਹੈਦਰਾਬਾਦ ਦਾ ਨਿਜ਼ਾਮ ਬਣਨਾ ਚਾਹੁੰਦਾ ਸੀ, ਨਾਲ ਸਪੋਰਟ ਕੀਤੀ ਛੰਦ ਸਾਹਿਬ ਦੀ ਜਿਹੜੇ ਕਿ ਕਰਨਾਟਕ ਆਰਕੋਟ ਦੇ ਗੱਦੀ ਉੱਤੇ ਬੈਠਣਾ ਚਾਹੁੰਦੇ ਸੀ। ਸੋ ਜਿਹੜੇ ਇਹ ਤਿੰਨਾਂ ਦਾ ਅਲਾਇੰਸ ਸੀ ਇਹਨੇ ਕਿਹਨੂੰ ਹਰਾਇਆ? ਸੋ ਇਸ ਅਲਾਇੰਸ ਨੇ ਹਰਾਇਆ ਤੇ ਮਾਰਿਆ ਨਵਾਬ ਅਨਵਰੁਦੀਨ ਨੂੰ। ਸੋ ਇਹ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖਣੀ ਹੈ। ਸੋ ਜਦੋਂ ਨਵਾਬ ਅਨਵਰੁਦੀਨ ਨੂੰ ਹਰਾਤਾ ਤਾਂ ਇਸ ਜਿੱਤ ਤੋਂ ਬਾਅਦ ਮੁਜ਼ੱਫਰ ਜੰਗ ਨਵਾਬ ਨਿਜ਼ਾਮ ਬਣ ਗਏ ਤੇ ਛੰਦ ਸਾਹਿਬ ਨਵਾਬ ਬਣ ਗਏ ਆਰਕੋਟ ਦੇ। ਜਿਹੜੇ ਫ੍ਰੈਂਚ ਆਫੀਸਰ ਸੀ ਬੱਸੀ, ਉਹਨੂੰ ਹੈਦਰਾਬਾਦ ਵਿੱਚ ਲਗਾਤਾ ਤੇ ਜਿਹੜੀ ਇਹ ਪੂਰੀ ਲੜਾਈ ਹੋਈ ਸੀ 1749 ਦੀ, ਇਸ ਲੜਾਈ ਦਾ ਨਾਮ ਹੈ ਬੈਟਲ ਆਫ ਅੰਬੂਰ। ਸੋ ਇਹ ਵੀ ਕਾਫੀ ਇੰਪੋਰਟੈਂਟ ਨੇਮ ਹੈ। ਨੈਕਸਟ ਹੁਣ ਜਿਹੜਾ ਅਨਵਰੁਦੀਨ ਸੀ ਜਿਹਨੂੰ ਇਹਨਾਂ ਨੇ ਮਾਰਿਆ ਹਰਾਇਆ, ਉਹਦਾ ਇੱਕ ਬੇਟਾ ਸੀ ਮੁਹੰਮਦ ਅਲੀ। ਸੋ ਜਿਹੜੇ ਇੰਗਲਿਸ਼ ਸੀ ਉਹਨਾਂ ਨੇ ਹੁਣ ਮੁਹੰਮਦ ਅਲੀ ਦੀ ਸਪੋਰਟ ਕੀਤੀ ਤੇ ਆਰਕੋਟ ਨੂੰ ਕੈਪਚਰ ਕੀਤਾ। ਸੋ ਆਰਕੋਟ ਵਿੱਚ ਕੌਣ ਸੀ?
ਛੰਦ ਸਾਹਿਬ। ਸੋ ਛੰਦ ਸਾਹਿਬ ਨੂੰ ਕੈਪਚਰ ਕੀਤਾ। ਤੇ ਰੋਬਰਟ ਕਲਾਈਵ ਸੀ ਜਿਹੜੇ ਇੰਗਲਿਸ਼ ਦੇ ਇੱਕ ਇੰਪੋਰਟੈਂਟ ਨਾਮ ਆਉਂਦਾ ਜਿਨ੍ਹਾਂ ਨੇ ਇਸ ਪੂਰੀ ਲੜਾਈ ਵਿੱਚ ਬਹੁਤ ਸਟਰੋਂਗਲੀ ਇੰਗਲਿਸ਼ ਸਾਈਡ ਤੋਂ ਫਾਈਟ ਕੀਤੀ ਫ੍ਰੈਂਚ ਦੇ ਅਗੇਂਸਟ। ਸੋ ਇਹਨਾਂ ਨੇ ਮੁਹੰਮਦ ਅਲੀ ਦੀ ਹੈਲਪ ਕੀਤੀ ਦੁਬਾਰਾ ਥਰੋਨ ਤੇ ਆਉਣ ਲਈ। ਤੇ ਜਿਹੜੇ ਚਾਰਲਸ ਰੋਬਰਟ ਗੁਦੇਹੂ ਸੀ, ਜਦੋਂ ਇਹ ਰੋਬਰਟ ਕਲਾਈਵ ਨੇ ਡੁਪਲੈਕਸ ਨੂੰ ਹਰਾਤਾ ਤਾਂ ਜਿਹੜਾ ਡੁਪਲੈਕਸ ਇੱਕ ਫ੍ਰੈਂਚ ਗਵਰਨਰ ਜਨਰਲ ਸੀ ਉਹਨੂੰ ਦੁਬਾਰਾ ਵਾਪਿਸ ਫਰਾਂਸ ਵਿੱਚ ਬੁਲਾ ਲਿਆ ਗਿਆ ਤੇ ਉਹਦੀ ਜਗ੍ਹਾ ਤੇ ਨਵਾਂ ਗਵਰਨਰ ਜਨਰਲ ਫ੍ਰੈਂਚ ਗਵਰਨਰ ਜਨਰਲ ਇੰਡੀਆ ਦੇ ਵਿੱਚ ਅਪਾਇੰਟ ਕੀਤਾ ਗਿਆ, ਚਾਰਲਸ ਰੋਬਰਟ ਗੁਦੇਹੂ। ਸੋ ਜਿਹੜਾ ਗੁਦੇਹੂ ਸੀ ਉਹਨੇ ਇੰਗਲਿਸ਼ ਦੇ ਨਾਲ ਇੱਕ ਅਗਰੀਮੈਂਟ ਤਿਆਰ ਕਰ ਲਿਆ, ਇੱਕ ਬੈਠ ਕੇ ਗੱਲਬਾਤ ਕੀਤੀ, ਪਾਲਿਸੀ ਆਫ ਨੈਗੋਸੀਏਸ਼ਨ ਤਿਆਰ ਕੀਤੀ। ਸੋ ਜਿਹੜਾ ਅਗਰੀਮੈਂਟ ਸੀ, ਟ੍ਰੀਟੀ ਸੀ, ਇਹਨੂੰ ਦੋਨੋਂ ਪਾਰਟੀਆਂ ਨੇ ਸਾਈਨ ਕੀਤਾ ਤੇ ਇਹਨੂੰ ਨਾਮ ਦਿੱਤਾ ਗਿਆ ਟ੍ਰੀਟੀ ਆਫ ਪੌਂਡੀਚੇਰੀ। ਸੋ ਜਿੰਨੀਆਂ ਵੀ ਟ੍ਰੀਟੀਜ਼ ਨੇ, ਜਿਹੜੀ ਪਹਿਲੀ ਕਰਨਾਟਿਕ ਵਾਰ ਤੋਂ ਐਕਸਲਾ ਚਪੇਲ, ਦੂਜੀ ਤੋਂ ਬਾਅਦ ਕੀਤੀ ਗਈ ਟ੍ਰੀਟੀ ਆਫ ਪੌਂਡੀਚੇਰੀ, ਸੋ ਇਹ ਨਾਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਨੈਕਸਟ ਆਉਂਦੀ ਹੈ ਥਰਡ ਕਰਨਾਟਿਕ ਵਾਰ। ਸੋ ਇਹਦਾ ਨਾਮ ਬੈਟਲ ਆਫ ਵਾਂਡੀਵਾਸ਼ ਵੀ ਹੈ ਤੇ ਇਹ ਜਿਹੜਾ ਨੇਮ ਹੈ ਐਜ਼ ਇਟ ਇਜ਼ ਐਗਜ਼ਾਮ ਵਿੱਚ ਕਾਫੀ ਵਾਰੀ ਰਿਪੀਟ ਹੁੰਦਾ ਹੈ। ਇਹ ਜਿਹੜੀ ਬੈਟਲ ਹੈ ਇਹਦਾ ਈਅਰ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਯੂਰਪ ਦੇ ਵਿੱਚ ਕੀ ਹੋਇਆ, ਇੱਕ 7 ਈਅਰ ਵਾਰ ਸਟਾਰਟ ਹੋ ਗਈ ਜਿਹਦੇ ਨਾਲ ਇੰਡੀਆ ਵਿੱਚ ਥਰਡ ਕਰਨਾਟਿਕ ਵਾਰ ਆਈ। ਸੋ ਜਿਹੜੀ ਤੀਜੀ ਕਰਨਾਟਿਕ ਵਾਰ ਸੀ ਇਹਦੇ ਵਿੱਚ ਜਿਹੜੀਆਂ ਪਾਰਟੀ ਸੀ, ਇੱਕ ਸਾਈਡ ਤੇ ਸੀ ਕਾਊਂਟ ਡੀ ਲੈਲੀ ਕਮਾਂਡਰ ਫ੍ਰੈਂਚ ਟਰੂਪ ਦਾ, ਦੂਜੀ ਸਾਈਡ ਤੇ ਸੀ ਬ੍ਰਿਟਿਸ਼ ਜਨਰਲ ਸਰ ਆਇਰਕੂਟ। ਸੋ ਸਰ ਆਇਰਕੂਟ ਨੇ ਕਾਊਂਟ ਡੀ ਲੈਲੀ ਨੂੰ ਹਰਾਇਆ ਬੈਟਲ ਆਫ ਵਾਂਡੀਵਾਸ਼ ਵਿੱਚ 1760 ਤੇ ਅਗਲੇ ਹੀ ਸਾਲ ਬ੍ਰਿਟਿਸ਼ ਨੇ ਜਦੋਂ ਫ੍ਰੈਂਚ ਨੂੰ ਹਰਾਤਾ ਤਾਂ ਉਸ ਤੋਂ ਅਗਲੇ ਸਾਲ ਸਾਰੀਆਂ ਫ੍ਰੈਂਚ ਪੋਜੈਸ਼ਨ ਆਪਣੇ ਅੰਡਰ ਲੈ ਲਈਆਂ ਇਨਕਲੂਡਿੰਗ ਪੌਂਡੀਚੇਰੀ। ਸੋ ਜਿਹੜੀ ਯੂਰਪ ਦੇ ਵਿੱਚ 7 ਈਅਰ ਵਾਰ ਚੱਲ ਰਹੀ ਸੀ ਉਹਦਾ ਐਂਡ ਆ ਗਿਆ ਤੇ ਉਹਦਾ ਐਂਡ ਹੋਇਆ ਟ੍ਰੀਟੀ ਆਫ ਪੈਰਿਸ ਨਾਲ, ਵੈਰੀ ਇੰਪੋਰਟੈਂਟ ਨੇਮ। ਤੇ ਇਹਦੇ ਨਾਲ ਹੀ ਜਿਹੜੀ ਇੰਡੀਆ ਦੇ ਵਿੱਚ ਵਾਰ ਚੱਲ ਰਹੀ ਸੀ ਉਹ ਵੀ ਐਂਡ ਤੇ ਆ ਗਈ। ਜਿਹੜੇ ਫ੍ਰੈਂਚ ਸੀ ਉਹਨਾਂ ਨੂੰ ਫੋਰਸ ਕੀਤਾ ਕਿ ਜਿੰਨੇ ਵੀ ਉਹਨਾਂ ਦੇ ਇੰਡੀਆ ਵਿੱਚ ਪੋਲੀਟੀਕਲ ਇੰਟਰਸਟ ਵਾਲੀਆਂ ਇਸਟੈਬਲਿਸ਼ਮੈਂਟ ਨੇ, ਜਗ੍ਹਾ ਨੇ, ਉਹ ਸਾਰੀਆਂ ਨੂੰ ਛੱਡ ਦੇਣ। ਪਰ ਜਿਹੜੇ ਬ੍ਰਿਟਿਸ਼ ਸੀ ਉਹਨਾਂ ਨੇ ਅਲਾਉ ਕੀਤਾ ਕਿ ਜਿੰਨੇ ਵੀ ਇੱਕ ਪਿਓਰਲੀ ਇਕਨੋਮਿਕ ਇੰਟਰਸਟ ਵਾਲੀਆਂ ਜਗ੍ਹਾ ਨੇ ਉਹ ਫ੍ਰੈਂਚ ਆਪਣੇ ਕੋਲ ਰੱਖ ਸਕਦੇ ਨੇ। ਸੋ ਇਹਦੇ ਵਿੱਚ 4 ਇੰਪੋਰਟੈਂਟ ਨਾਮ ਆਉਂਦੇ ਨੇ ਜੋ ਬਹੁਤ ਇੰਪੋਰਟੈਂਟ ਨੇ ਐਗਜ਼ਾਮ ਦੇ ਲਈ। ਇਕਨੋਮਿਕ ਇੰਟਰਸਟ ਵਾਲੀਆਂ ਜਗ੍ਹਾ ਸੀ ਫ੍ਰੈਂਚ ਦੀਆਂ ਪੌਂਡੀਚੇਰੀ, ਕਰਾਇਕਾਲ, ਮਾਹੇ, ਯੇਨਮ। ਸੋ ਇਕਨੋਮਿਕ ਤੇ ਪੋਲੀਟੀਕਲ ਇੰਟਰਸਟ ਦਾ ਇਹ ਮਤਲਬ ਹੈ ਕਿ ਜਿੱਥੇ ਜਿਹੜੇ ਫ੍ਰੈਂਚ ਸੀ ਉਹ ਸਿਰਫ ਔਰ ਸਿਰਫ ਪੈਸਾ ਕਮਾਉਣਾ ਚਾਹੁੰਦੇ ਨੇ, ਟ੍ਰੇਡ ਕਰਨਾ ਚਾਹੁੰਦੇ ਨੇ, ਜਿੱਥੇ ਉਹਨਾਂ ਨੇ ਇਹੋ ਜਿਹੀਆਂ ਇਸਟੈਬਲਿਸ਼ਮੈਂਟ ਲਗਾਈਆਂ ਨੇ ਉਹ ਬ੍ਰਿਟਿਸ਼ਰਸ ਨੇ ਅਲਾਉ ਕਰਤੀਆਂ। ਪਰ ਜਿੱਥੇ ਉਹ ਆਪਣਾ ਰੂਲ ਇਸਟੈਬਲਿਸ਼ ਕਰਨਾ ਚਾਹੁੰਦੇ ਸੀ, ਆਪਣੀ ਪਾਵਰ ਬ੍ਰਿਟਿਸ਼ਰਸ ਦੇ ਅਗੇਂਸਟ, ਪੋਲੀਟੀਕਲ ਇੰਟਰਸਟ ਵਾਲੀਆਂ ਜਿਹੜੀਆਂ ਜਗ੍ਹਾ ਸੀ ਉਹ ਸਾਰੀਆਂ ਬ੍ਰਿਟਿਸ਼ਰਸ ਨੇ ਵਾਪਿਸ ਲੈ ਲਈਆਂ। ਸੋ ਦ ਐਂਗਲੋ French rivalry came to a close with British success and French failure. So Britishers ਦੀ ਜਿੱਤ ਤੇ French ਦੇ failure ਦੇ ਨਾਲ ਹੀ ਜਿਹੜੀ Anglo-French rivalry ਸੀ ਉਹ ਵੀ end ਤੇ ਆ ਗਈ। ਸੋ ਜਿਹੜਾ French ਦਾ ਰੂਲ ਸੀ ਉਹਦੇ ਉੱਤੇ English ਭਾਰੀ ਕਿਉਂ ਪਏ? ਸੋ French ਦੇ failure ਦੇ ਕਾਰਨ ਕੀ ਸੀ? ਸੋ ਪਹਿਲਾ, ਜਿਹੜੇ English ਸੀ ਉਹਨਾਂ ਦੀ navy ਦੀ superiority ਬਹੁਤ ਜ਼ਿਆਦਾ ਸੀ। ਕਮਰਸ਼ੀਅਲ ਤੇ ਨੇਵਲ ਸੁਪੀਰੀਓਰਿਟੀ ਦੋਨੋਂ ਫ੍ਰੈਂਚ ਤੋਂ ਉੱਪਰ ਸੀ। ਸੈਕੰਡਲੀ, ਜਿਹੜੀ ਫ੍ਰੈਂਚ ਦੀ ਸਰਕਾਰ ਸੀ ਉਹ ਇੰਡੀਆ ਦੇ ਵਿੱਚ ਜਿਹੜੇ ਵੀ ਉਹਨਾਂ ਦੇ ਗਵਰਨਰ ਸੀ ਉਹਨਾਂ ਨੂੰ ਬਹੁਤ ਘੱਟ ਸਪੋਰਟ ਕਰ ਰਹੇ ਸੀ, ਉਹਨਾਂ ਦਾ ਬਹੁਤ ਘੱਟ ਧਿਆਨ ਸੀ। ਦੈਨ ਫ੍ਰੈਂਚ ਹੈਡ ਸਪੋਰਟ ਓਨਲੀ ਇਨ ਡੈਕਨ, ਪਰ ਜਿਹੜੇ ਇੰਗਲਿਸ਼ ਸੀ ਉਹਨਾਂ ਨੇ ਬੰਗਾਲ ਦੇ ਵਿੱਚ ਆਪਣਾ ਇੱਕ ਸਟਰੋਂਗ ਬੇਸ ਤਿਆਰ ਕਰ ਲਿਆ ਸੀ। ਦੈਨ ਇੰਗਲਿਸ਼ ਹੈਡ 3 ਇੰਪੋਰਟੈਂਟ ਪੋਰਟਸ, ਕੈਲਕਟਾ, ਬੰਬੇ ਤੇ ਮਦਰਾਸ, ਪਰ ਫ੍ਰੈਂਚ ਕੋਲ ਸਿਰਫ ਇੱਕ ਹੀ ਪੋਰਟ ਸੀ, ਪੌਂਡੀਚੇਰੀ। ਡਿਫਰੈਂਸ ਆਫ ਓਪੀਨੀਅਨ ਬਿਟਵੀਨ ਫ੍ਰੈਂਚ ਜਨਰਲ, ਸੋ ਜੋ ਵੀ ਗਵਰਨਰਸ ਵਗੈਰਾ ਸੀ ਉਹਨਾਂ ਦੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸਿਸ ਸੀ, ਬਿਲਕੁਲ ਵੀ ਕੋਈ ਉਹਨਾਂ ਦੇ ਬੌਂਡਿੰਗ ਨਹੀਂ ਸੀ। ਸੋ ਜਿਹੜਾ ਡਿਫਰੈਂਸ ਆਫ ਓਪੀਨੀਅਨ ਸੀ ਇੱਕ ਬਹੁਤ ਹੀ ਮੇਨ ਕਾਰਨ ਬਣਿਆ ਸੀ ਫ੍ਰੈਂਚ ਦੇ ਫੇਲੀਅਰ ਦਾ। Next, England's victory in European war decided the destiny of French in India. ਸੋ ਇੰਗਲੈਂਡ ਦੀ ਜਿਹੜੀ ਯੂਰੋਪੀਅਨ ਵਾਰਸ ਵਿੱਚ ਆਪਾਂ ਨੇ ਪੜ੍ਹੀਆਂ ਨੇ, ਜਿੱਤ ਹੋਈ ਉਹਦੇ ਨਾਲ ਹੀ ਫ੍ਰੈਂਚ ਦੀ ਇੰਡੀਆ ਦੇ ਵਿੱਚ ਜਿਹੜੀ ਕਿਸਮਤ ਸੀ ਉਹ ਡਿਸਾਈਡ ਹੋਈ। ਸੋ ਇਹ ਸੀ ਮੇਨ ਕਾਰਨ ਫ੍ਰੈਂਚ ਫੇਲੀਅਰ ਦੇ। ਸੋ ਲਾਸਟ ਵਿੱਚ ਆਪਾਂ ਗੱਲ ਕਰਾਂਗੇ ਡੇਨਸ ਦੀ। ਜਿਹੜੇ ਡੇਨ ਸੀ ਇਹਨਾਂ ਨੇ ਸਭ ਤੋਂ ਜ਼ਿਆਦਾ ਘੱਟ ਇਫੈਕਟਿਵਲੀ ਆਪਣੀ ਪਾਰਟ ਦਿਖਾਈ ਇੰਡੀਆ ਦੇ ਵਿੱਚ। ਇਹ 1616 ਵਿੱਚ ਆਏ ਤੇ ਇਹਨਾਂ ਨੇ
ਮੇਨਲੀ ਦੋ ਜਗ੍ਹਾ ਦੇ ਉੱਤੇ ਆਪਣੀ ਸਟੈਬਲਿਸ਼ਮੈਂਟਸ ਰੱਖੀਆਂ, ਟ੍ਰੈਂਕਯੂਬਾਰ ਤਮਿਲਨਾਡੂ 1620, ਦੈਨ 1676 ਸਿਰਾਮਪੁਰ ਬੰਗਾਲ, ਤੇ ਇਹਨਾਂ ਨੇ ਹੈੱਡਕੁਆਰਟਰ ਬਣਾਏ ਸਿਰਾਮਪੁਰ ਨੂੰ। ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ। ਤੇ ਬ੍ਰਿਟਿਸ਼ਰਸ ਨੇ ਇਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਸੀ 1854 ਵਿੱਚ ਇਹ ਇੰਡੀਆ ਚੋਂ ਚਲੇ ਗਏ। So now let's solve few important MCQs. So पहला question है, when did Vasco da Gama reach Calicut in the western coast of India? So Vasco da Gama कदों Calicut पहुंचे? So ਇਹਦਾ right answer है option B 1498. So ਉਰੇ ਹੁਣ ਆਪਾਂ ਇੱਕ ਦੋ ਹੋਰ important fact revise ਕਰ ਲੈਣੇ ਆ। ਵੈਸਕੋ ਡਾ ਗਾਮਾ ਸੀ ਇੱਕ ਪੋਰਚੁਗੀਜ਼ ਟਰੈਵਲਰ। ਸੋ ਪਹਿਲੀ ਇੰਪੋਰਟੈਂਟ ਚੀਜ਼, ਤੇ ਇਹਨਾਂ ਦੇ ਆਉਣ ਦੇ ਨਾਲ ਹੀ ਇੰਡੀਆ ਦੇ ਵਿੱਚ ਜਿਹੜੇ ਫਰਸਟ ਯੂਰੋਪੀਅਨਸ ਦਾ ਐਡਵੈਂਟ ਹੋਇਆ ਉਹ ਵੀ ਸੀ ਪੋਰਚੁਗੀਜ਼। ਸੋ ਕੈਲੀਕਟ ਵਿੱਚ ਇਹ ਕਿਹਨੂੰ ਮਿਲੇ? ਸੋ ਇਹ ਸੈਕੰਡ ਕੁਐਸਚਨ ਹੈ। ਵੈਸਕੋ ਡਾ ਗਾਮਾ ਵਾਸ ਵੈਲਕਮਡ ਇਨ ਕੈਲੀਕਟ ਬਾਈ ਵਿਚ ਇੰਡੀਅਨ ਰੂਲਰ? ਸੋ ਇਹ ਇੰਡੀਅਨ ਰੂਲਰ ਸੀ ਆਪਸ਼ਨ ਏ ਜ਼ਮੋਰਿਨ। ਨੈਕਸਟ ਕੁਐਸਚਨ ਹੈ, ਪਹਿਲੇ ਪੋਰਚੁਗੀਜ਼ ਗਵਰਨਰ ਕੌਣ ਸੀ ਇੰਡੀਆ ਦੇ ਵਿੱਚ? ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ ਸੀ ਫ੍ਰਾਂਸਿਸਕੋ ਡੀ ਅਲਮਾਈਡਾ। ਨੈਕਸਟ, ਕਿਹੜਾ ਪਰਸਨ ਹੈ ਜਿਹਨੂੰ ਮੇਨ ਮੰਨਿਆ ਜਾਂਦਾ ਹੈ ਕਿ ਉਹਨੇ ਪੋਰਚੁਗੀਜ਼ ਦੀ ਇੰਡੀਆ ਦੇ ਵਿੱਚ ਫਾਊਂਡੇਸ਼ਨ ਰੱਖੀ? ਸੋ ਮੇਨ ਪਾਵਰ ਦੀ ਫਾਊਂਡੇਸ਼ਨ ਰੱਖੀ ਆਪਸ਼ਨ ਏ ਐਲਬੂਕਰਕ ਨੇ। ਪੋਰਚੁਗੀਜ਼ ਕੈਪਚਰਡ ਗੋਆ ਇਨ? ਸੋ ਪੋਰਚੁਗੀਜ਼ ਨੇ ਗੋਆ ਕਦੋਂ ਕੈਪਚਰ ਕੀਤਾ? ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ ਬੀ 1510 ਵਿੱਚ। In which year the Dutch East India Company established in India? ਸੋ ਡੱਚ ਈਸਟ ਇੰਡੀਆ ਕੰਪਨੀ ਇੰਡੀਆ ਦੇ ਵਿੱਚ ਐਸਟੈਬਲਿਸ਼ ਹੋਈ ਆਪਸ਼ਨ ਬੀ 1602 ਵਿੱਚ। ਡੱਚ ਦੇ ਹੈੱਡਕੁਆਰਟਰ ਕਿੱਥੇ ਸੀ ਇੰਡੀਆ ਵਿੱਚ? ਸੋ ਡੱਚ ਦੇ ਹੈੱਡਕੁਆਰਟਰ ਸੀ ਆਪਸ਼ਨ ਏ ਪੁਲੀਕਾਟ। The trading center of Danes was at? ਸੋ ਡੇਨਸ ਦੇ ਟ੍ਰੇਡਿੰਗ ਸੈਂਟਰ ਸੀ ਇਹਨਾਂ ਦੇ ਵਿੱਚੋਂ ਸ਼੍ਰੀਰਾਮਪੁਰ ਵਿੱਚ। When English East India Company was established in India? ਸੋ ਇੰਗਲਿਸ਼ ਈਸਟ ਇੰਡੀਆ ਕੰਪਨੀ ਕੁਈਨ ਐਲਿਜ਼ਾਬੈਥ ਦੇ ਚਾਰਟਰ ਤੋਂ ਬਾਅਦ ਕਦੋਂ ਐਸਟੈਬਲਿਸ਼ ਹੋਈ? ਆਪਸ਼ਨ ਬੀ 1600। ਕੈਪਟਨ ਹੌਕਿਨ ਸੀ ਜਿਹੜੇ, ਉਹਨਾਂ ਨੂੰ ਕਿਹਦੀ ਕੋਰਟ ਵਿੱਚ ਭੇਜਿਆ ਗਿਆ ਕਿ ਉਹ ਜਾ ਕੇ ਟ੍ਰੇਡਿੰਗ ਦੀ ਪਰਮਿਸ਼ਨ ਲੈ ਸਕਣ? ਸੋ ਉਹ ਕੋਰਟ ਸੀ ਆਪਸ਼ਨ ਸੀ ਜਹਾਂਗੀਰ ਦੀ। ਤੇ ਕਿਹਨੂੰ ਪਰਮਿਸ਼ਨ ਮਿਲੀ? ਸੋ ਪਰਮਿਸ਼ਨ ਮਿਲੀ ਸੀ ਥਾਮਸ ਰੋ ਨੂੰ। ਸੋ ਜੋ ਵੀ ਇੰਪੋਰਟੈਂਟ ਫੈਕਟਸ ਨੇ ਉਹ ਆਪਾਂ ਥਿਊਰੀ ਪਲੱਸ MCQ ਦੋਨਾਂ ਦੇ ਵਿੱਚ ਕਵਰ ਕਰ ਲਾਂਗੇ। Sir Thomas Roe was sent to Jahangir court in which year? ਸੋ ਥਾਮਸ ਰੋ ਨੂੰ ਜਹਾਂਗੀਰ ਦੀ ਕੋਰਟ ਵਿੱਚ ਭੇਜਿਆ ਗਿਆ ਸੀ ਆਪਸ਼ਨ ਡੀ 1615। ਕਿਹੜਾ ਇੰਡੀਅਨ ਸੁਲਤਾਨ ਸੀ ਜਿਹਦੇ ਤੋਂ ਪਰਮਿਸ਼ਨ ਲਈ ਗਈ ਇੰਗਲਿਸ਼ ਦੇ ਦੁਆਰਾ ਟੂ ਬਿਲਡ ਫੈਕਟਰੀ? ਸੋ the Sultan was option B Golconda Sultan। ਨੈਕਸਟ ਕੁਐਸਚਨ ਹੈ, ਫ੍ਰੈਂਚ ਈਸਟ ਇੰਡੀਆ ਕੰਪਨੀ ਦੇ ਇੰਡੀਆ ਵਿੱਚ ਫਾਊਂਡਰ ਕੌਣ ਸੀ? ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ ਏ ਕੋਲਬਰਟ। Then French headquarter in India was situated in which city? So French headquarter ਸੀ option C Pondicherry। Who was the first ambassador of East India Company visited India? ਸੋ ਪਹਿਲੇ ਈਸਟ ਇੰਡੀਆ ਕੰਪਨੀ ਦੇ ਐਮਬੈਸਡਰ ਜਿਹੜੇ ਇੰਡੀਆ ਵਿੱਚ ਆਏ ਉਹ ਸੀ ਆਪਸ਼ਨ ਬੀ ਕੈਪਟਨ ਹੌਕਿਨ। Which European was lost to India for trading purpose? ਸੋ ਸਭ ਤੋਂ ਲਾਸਟ ਵਿੱਚ ਜਿਹੜੇ ਇੰਡੀਆ ਵਿੱਚ ਆਏ ਸੀ ਟ੍ਰੇਡਿੰਗ ਪਰਪਸ ਲਈ ਉਹ ਸੀ option A French, ਤੇ ਸਭ ਤੋਂ ਪਹਿਲਾਂ ਆਏ ਸੀ option B Portuguese। So this was all about our first lecture on modern India history. I hope you understood the concept well. Please do subscribe to my channel. Keep supporting. Thank you and good luck.